मोहि किरपा धारे। ਮਨੁੱਖਾ ਜੀਵਨ ਦਾ ਮਕਸਦ ਹੈ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ। ਬਾਕੀ ਜੋ ਵੀ ਅਸੀਂ ਕਰਦੇ ਹਾਂ ਉਸ ਦੇ ਨਾਲ ਸਾਡੀਆਂ ਸਰੀਰਕ ਲੋੜਾਂ ਪੂਰੀਆਂ ਹੋ ਸਕਦੀਆਂ ਹਨ, ਮਕਸਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਇਸ ਤਰ੍ਹਾਂ ਸਮਝ ਲਓ ਜਿਵੇਂ ਪੌੜੀਆਂ ਤਾਂ ਹੋਣ, ਉਹਨਾਂ ਦਾ ਸਿਖਰ ਕੋਈ ਨਾ ਹੋਵੇ। ਪੌੜੀਆਂ ਤਾਂ ਹੋਣ, ਉਹਨਾਂ ਪੌੜੀਆਂ ਦਾ ਅੰਤ ਕਿਤੇ ਵੀ ਨਾ ਹੁੰਦਾ ਹੋਵੇ, ਤੇ ਫਿਰ ਉਹਨਾਂ ਪੌੜੀਆਂ ਤੇ ਚੜ੍ਹੀ ਜਾਓ, ਸਿਖਰ ਕੋਈ ਨਹੀਂ, ਮੰਜ਼ਿਲ ਕੋਈ ਨਹੀਂ। ਫਿਰ ਚੜ੍ਹਨਾ ਜਾਂ ਨਾ ਚੜ੍ਹਨਾ ਜਿਹੜਾ ਹੈ ਉਹ ਇੱਕ ਬਰਾਬਰ ਹੋ ਜਾਂਦਾ ਹੈ। ਜਾਂ ਇਸ ਤਰ੍ਹਾਂ ਸਮਝ ਲਓ, ਗਿਆਨ ਤਾਂ ਹੋਵੇ, ਪ੍ਰਾਪਤੀ ਨਾ ਹੋਵੇ। ਜਿਵੇਂ ਕਈ ਵਾਰੀ ਇੱਕ ਸਿਆਣੇ ਸੂਝਵਾਨ ਗਿਆਨਵਾਨ ਮਨੁੱਖ ਦੇ ਨਾਲ ਕੋਈ ਹਾਦਸਾ ਹੋ ਜਾਂਦਾ ਹੈ, ਤੇ ਫਿਰ ਦੁਨਿਆਵੀ ਲੋਕ ਆਖਦੇ ਨੇ ਇਹਦੀ ਅਕਲ ਨੇ ਕੰਮ ਨਹੀਂ ਕੀਤਾ, ਸਿਆਣਾ ਤਾਂ ਬੜਾ ਸੀ। ਭਾਵ ਗਿਆਨ ਸੀ ਜਿਹੜਾ ਉਹ ਪਾਸ ਤਾਂ ਹੈ ਸੀ, ਪਰ ਗਿਆਨ ਦੀ ਪ੍ਰਾਪਤੀ ਨਹੀਂ ਹੋਈ। ਫਿਰ ਗਿਆਨ ਦਾ ਹੋਣਾ ਜਾਂ ਨਾ ਹੋਣਾ ਇੱਕ ਸਮਾਨ ਹੈ। ਫੁੱਲ ਤਾਂ ਹੋਣ, ਉਹਨਾਂ ਵਿੱਚ ਸੁਗੰਧੀ ਨਾ ਹੋਵੇ, ਫਲ ਤਾਂ ਹੋਵੇ, ਉਹਦੇ ਵਿੱਚ ਰਸ ਨਾ ਹੋਵੇ। ਜੋ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਅਸੀਂ ਆਪਣੀਆਂ ਸਰੀਰਕ ਲੋੜਾਂ ਪੂਰੀਆਂ ਕਰਦੇ ਹਾਂ, ਇਹ ਸਾਰੇ ਇਸ ਤਰ੍ਹਾਂ ਦੇ ਹੀ ਸਾਧਨ ਨੇ। ਪੌੜੀਆਂ ਹਨ, ਸਿਖਰ ਨਹੀਂ, ਗਿਆਨ ਹੈ, ਪ੍ਰਾਪਤੀ ਨਹੀਂ, ਫੁੱਲ ਹੈ, ਸੁਗੰਧੀ ਨਹੀਂ, ਫਲ ਹੈ, ਰਸ ਨਹੀਂ। ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ, ਮਨੁੱਖ ਦਾ ਮਕਸਦ ਹੈ। ਤੇ ਪ੍ਰਾਪਤੀ ਜਿਹੜੀ ਇਸ ਦੇ ਜਿਤਨੇ ਵੀ ਯੋਗ ਸਾਧਨ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਉਹ ਸਾਰੇ ਦੇ ਸਾਰੇ ਦਰਜ ਨੇ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਹਰ ਰੋਜ਼ ਸਾਨੂੰ ਸ਼ਬਦ ਦੇ ਨਾਲ ਜੋੜਦੇ ਨੇ। ਜਿਹੜੇ ਵੀ ਸ਼ਬਦ ਦੇ ਨਾਲ ਜੋੜਦੇ ਨੇ, ਉਸ ਸ਼ਬਦ ਦੇ ਨਾਲ ਸਾਨੂੰ ਇੱਕ ਬੜੇ ਸੁਖੈਨ ਤਰੀਕੇ ਦੇ ਨਾਲ ਇਸ ਮਕਸਦ ਨੂੰ ਪੂਰਾ ਕਰਨ ਦੇ ਲਈ ਪ੍ਰੇਰਨਾ ਦਿੰਦੇ ਨੇ। ਸੋ ਦਾਸ ਦਾ ਕਹਿਣ ਤੋਂ ਭਾਵ ਅੱਜ ਦਾ ਜੋ ਪਾਵਨ ਸ਼ਬਦ ਹੈ, ਇਸ ਸ਼ਬਦ ਦੇ ਵਿੱਚ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸਾਨੂੰ ਆਪਣਾ ਮਕਸਦ ਪੂਰਾ ਕਰਨ ਦੇ ਲਈ ਸ਼ਰਨ ਦੇ ਵਿੱਚ ਆਉਣ ਨੂੰ ਆਖਿਆ ਹੈ। ਰੱਖੋ ਆਪਣੀ ਸ਼ਰਨ ਪ੍ਰਭ ਮੋਹਿ ਕਿਰਪਾ ਧਾਰੇ। ਹੀ ਮੇਰੇ ਸੱਚੇ ਸਤਿਗੁਰ ਜੀ, ਮੇਰੇ ਤੇ ਕਿਰਪਾ ਧਾਰਨੀ ਕਰੋ ਤੇ ਮੈਨੂੰ ਆਪਣੀ ਸ਼ਰਨ ਦੇ ਵਿੱਚ ਰੱਖੋ। ਹੁਣ ਇਹ ਸ਼ਰਨ ਦੇ ਵਿੱਚ ਆਉਣਾ ਇਹ ਕਿਵੇਂ ਬਣਦਾ ਹੈ, ਆਪਾਂ ਇਹ ਸਮਝਣਾ ਹੈ। ਸ਼ਰਨ ਦਾ ਅਰਥ ਹੁੰਦਾ ਹੈ ਓਟ। ਸ਼ਰਨ ਦਾ ਅਰਥ ਹੁੰਦਾ ਹੈ ਆਸਰਾ ਲੈ ਲੈਣਾ। ਜਿਵੇਂ ਗਰਮੀ ਬੜੀ ਪੈਂਦੀ ਹੈ, ਅਸੀਂ ਕਿਸੇ ਰੁੱਖ ਦਾ ਆਸਰਾ ਲੈ ਲਿਆ, ਉਹਦੇ ਥੱਲੇ ਜਾ ਬੈਠੇ ਹਾਂ, ਉਹਦੀ ਓਟ ਲੈ ਲਈਏ, ਬਸ ਇਸੇ ਦਾ ਨਾਂ ਹੀ ਸ਼ਰਨ ਹੈ। ਕਿਸੇ ਰੁੱਖ ਦੇ ਥੱਲੇ ਜਾ ਕੇ ਬੈਠ ਗਏ ਹਾਂ, ਅਸੀਂ ਇਸ ਰੁੱਖ ਦੀ ਸ਼ਰਨ ਲੈ ਲਈਏ, ਤੇ ਰੁੱਖ ਦੇ ਵਿੱਚ ਜਿਹੜੀ ਸਮਰੱਥਾ ਹੈ ਉਹ ਇਹ ਕਿ ਰੁੱਖ ਸਾਨੂੰ ਉਸ ਧੁੱਪ ਤੋਂ ਬਚਾ ਸਕਦਾ ਹੈ। ਸੱਚੇ ਸਤਿਗੁਰ ਸਾਨੂੰ ਉਸ ਪ੍ਰਭੂ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਉਣ ਦੇ ਲਈ ਇਸੇ ਲਈ ਆਖ ਰਹੇ ਨੇ ਕਿ ਉਹ ਸਮਰੱਥ ਹੈ। ਉਹ ਸੰਸਾਰ ਦੀਆਂ ਸਾਰੇ ਪ੍ਰਕਾਰ ਦੀਆਂ ਤਪਸਾਂ, ਦੁੱਖ ਜਿਹੜੇ ਨੇ, ਔਗਣ ਵਿਕਾਰ ਨੇ, ਜਿਹੜੇ ਇਹਨਾਂ ਤੋਂ ਸਾਡੀ ਰੱਖਿਆ ਕਰਦਾ, ਸਾਨੂੰ ਬਚਾਉਂਦਾ ਹੈ। ਤੇ ਇਹ ਸ਼ਰਨ ਦੇ ਵਿੱਚ ਹੁਣ ਕਿਵੇਂ ਆਇਆ ਜਾਵੇ? ਗੁਰੂ ਦੀ ਸ਼ਰਨ ਦੇ ਵਿੱਚ ਆਉਣਾ, ਭਾਈ ਗੁਰਦਾਸ ਜੀ ਦੱਸਦੇ ਨੇ ਸਾਨੂੰ, ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ। ਇਹ ਮਨੁੱਖਾ ਜਨਮ ਹੈ ਨਾ ਜਿਹੜਾ, ਇਹ ਬੜਾ ਅਮੋਲਕ ਹੈ। ਤੇ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਦੀਆਂ ਪੌੜੀਆਂ ਤੇ ਚੜ੍ਹਦਿਆਂ ਅੱਜ ਮਨੁੱਖਾ ਜਨਮ ਜਿਹੜਾ ਇਹਨੂੰ ਅਸੀਂ ਪਾ ਲਿਆ।
ਚਿਰੰਕਾਰ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਸਰਨ ਸਰਾਣ। ਜਿਹੜੇ ਗੁਰਮੁਖ ਪਿਆਰੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ ਨਾ, ਉਹਨਾਂ ਦਾ ਜਨਮ ਹੀ ਜਿਹੜਾ ਉਹ ਸਫਲ ਹੋ ਜਾਂਦਾ ਹੈ। ਚਿਰੰਕਾਰ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਜਦੋਂ ਅਸੀਂ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਆ ਜਾਂਦੇ ਹਾਂ ਤੇ ਫਿਰ ਇਹ ਸਾਡਾ ਜੀਵਨ ਹੈ ਨਾ ਜਿਹੜਾ, ਇਹਦਾ ਮਕਸਦ ਪੂਰਾ ਹੋ ਜਾਂਦਾ ਹੈ। ਹੁਣ ਸ਼ਰਨ ਦੇ ਵਿੱਚ ਕਿਵੇਂ ਆਉਣਾ ਹੈ, ਇਹਦੇ ਅਰਥ ਭਾਈ ਸਾਹਿਬ ਜੀ ਅਗਲੀਆਂ ਤੁਕਾਂ ਦੇ ਵਿੱਚ ਦੱਸਦੇ ਨੇ। ਲੋਚਨ ਅਮੋਲ ਗੁਰ ਦਰਸ਼ਨ ਅਮੋਲ ਦੇਖੇ। ਇਹ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਦਾ ਤਰੀਕਾ ਹੈ। ਨੇਤਰਾਂ ਨੂੰ ਅਮੋਲਕ ਬਣਾਉਣਾ ਹੈ ਤੇ ਅਮੋਲਕ ਨੇਤਰ ਨੇ ਜਿਹੜੇ ਇਹ ਬਣਨਗੇ ਗੁਰੂ ਦੇ ਦਰਸ਼ਨਾਂ ਦੇ ਨਾਲ। ਲੋਚਨ ਅਮੋਲ ਗੁਰ ਦਰਸ਼ਨ ਅਮੋਲ ਦੇਖੇ। ਅਮੋਲਕ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਇਹ ਨੇਤਰ ਨੇ ਜਿਹੜੇ ਇਹ ਅਮੋਲਕ ਹੋ ਗਏ ਨੇ। ਸ਼ਰਵਣ ਅਮੋਲ ਗੁਰ ਬਚਨ ਧਰਨ ਕੇ। ਤੇ ਕੰਨ ਨੇ ਜਿਹੜੇ ਇਹ ਅਮੋਲਕ ਹੋ ਗਏ ਨੇ ਸੱਚੇ ਸਤਿਗੁਰ ਦੀ ਪਾਵਨ ਬਾਣੀ ਦੇ ਬਚਨਾਂ ਨੂੰ ਧਾਰਨ ਕਰਕੇ। ਨਾਸਕਾ ਅਮੋਲ ਚਰਨਾਰ ਬਿੰਦ ਬਾਸਨਾ ਕੇ। ਸਾਡੀ ਨੱਕ ਜਿਹੜਾ ਇਹ ਭਾਈ ਅਮੋਲਕ ਹੋ ਗਈ ਹੈ ਸੱਚੇ ਸਤਿਗੁਰ ਦੀ ਪਾਵਨ ਬਾਣੀ ਦੀ ਸੁਗੰਧੀ ਨੂੰ ਪ੍ਰਾਪਤ ਕਰਕੇ। ਰਸਨਾ ਅਮੋਲ ਗੁਰ ਮੰਤਰ ਸਿਮਰਨ ਕੇ। ਰਸਨਾ ਜਿਹੜੀ ਸਾਡੀ ਜ਼ੁਬਾਨ ਹੈ ਇਹ ਵੀ ਅਮੋਲਕ ਹੋਏਗੀ ਸੱਚੇ ਸਤਿਗੁਰ ਜੀ ਦਾ ਬਖਸ਼ਿਸ਼ ਕੀਤਾ ਹੋਇਆ ਵਾਹਿਗੁਰੂ ਗੁਰ ਮੰਤਰ ਜਿਹੜਾ, ਇਹਦਾ ਸਿਮਰਨ ਕਰਨ ਕਰਕੇ। ਹਸਤ ਅਮੋਲ ਗੁਰਦੇਵ ਸੇਵ ਕੇ। ਹੱਥ ਜਿਹੜੇ ਨੇ ਇਹ ਅਮੋਲਕ ਹੋਣਗੇ ਸੱਚੇ ਸਤਿਗੁਰ ਦੀ ਸੇਵਾ ਕਰਕੇ। ਸਫਲ ਚਰਨ ਅਮੋਲ ਪ੍ਰਦਰਸ਼ਨ ਕਰਨ ਕੇ। ਤੇ ਪੈਰ ਨੇ ਜਿਹੜੇ ਸਾਡੇ ਇਹ ਤਾਂ ਸਫਲਾ ਹੋਣਗੇ ਜੇ ਅਸੀਂ ਸੱਚੇ ਸਤਿਗੁਰ ਦੀਆਂ ਪਰਿਕਰਮਾ ਕਰਾਂਗੇ। ਇਹ ਸਾਰੇ ਤਰੀਕੇ ਜਿਹੜੇ ਦੱਸੇ ਨੇ ਭਾਈ ਗੁਰਦਾਸ ਜੀ ਨੇ ਇਹ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਦੇ ਨੇ। ਅਸੀਂ ਨੇਤਰਾਂ ਦੇ ਨਾਲ ਧੰਨ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ। ਜਦੋਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਾਂਗੇ ਫਿਰ ਨੇਤਰ ਨੇ ਜਿਹੜੇ ਇਹ ਅਮੋਲਕ ਹੋ ਜਾਣਗੇ, ਇਹ ਵਕਾਰ ਬੁਰਾਈਆਂ ਨੂੰ ਨਹੀਂ ਵੇਖਣਗੇ। ਕੰਨ ਨੇ ਜਿਹੜੇ ਇਹਦੇ ਨਾਲ ਜਦੋਂ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਚਨ ਰੂਪ ਇਹਨੂੰ ਸਰਵਣ ਕਰਾਂਗੇ ਤੇ ਫਿਰ ਸਾਡੇ ਇਹ ਕੰਨ ਬਾਣੀ ਨੂੰ ਵੀ ਧਾਰਨ ਕਰਨਗੇ। ਨਾਸਕਾ ਮੂਲ ਚਰਨਾਰ ਬਿੰਦ ਬਾਸਨਾ ਕੇ। ਸੱਚੇ ਸਤਿਗੁਰ ਦੀ ਗੁਰਬਾਣੀ ਦੇ ਵਿੱਚੋਂ ਜੋ ਗਿਆਨ ਦੀ ਸੁਗੰਧੀ ਆਉਂਦੀ ਹੈ ਇਹਨੂੰ ਲੈਣ ਦੇ ਨਾਲ ਸਾਡੀ ਇਹ ਇੰਦਰਾ ਵੀ ਜਿਹੜਾ ਹੈ ਨਾ ਇਹ ਵੀ ਸਫਲ ਹੋ ਜਾਂਦਾ ਹੈ। ਰਸਨਾ ਅਮੋਲ ਗੁਰ ਮੰਤਰ ਸਿਮਰਨ ਕੇ। ਜ਼ਬਾਨ ਜਿਹੜੀ ਇਹ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੀ ਹੈ ਜਦੋਂ ਅਸੀਂ ਗੁਰੂ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸਿਮਰਨ ਕਰਦੇ ਹਾਂ। ਹਸਤ ਅਮੋਲ ਗੁਰਦੇਵ ਸੇਵ ਕੇ। ਹੱਥ ਨੇ ਜਿਹੜੇ ਇਹ ਅਮੋਲਕ ਹੁੰਦੇ ਨੇ ਜਦੋਂ ਆਪਣੇ ਅਸੀਂ ਗੁਰੂ ਦੇਵ ਦੀ ਸੇਵਾ ਕਰਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਹਾਂ। ਸਫਲ ਚਰਨ ਅਮੋਲ ਪ੍ਰਦਰਸ਼ਨਾ। ਪ੍ਰਦਰਸ਼ਨਾ ਕਹਿੰਦੇ ਨੇ ਪਰਿਕਰਮਾ ਨੂੰ ਕਰਨ ਕੇ। ਜਦੋਂ ਅਸੀਂ ਇਹਨਾਂ ਪੈਰਾਂ ਦੇ ਨਾਲ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਨਮਸਤਕ ਹੋ ਕੇ ਪਰਿਕਰਮਾ ਕਰਦੇ ਆ ਨਾ, ਉਦੋਂ ਫਿਰ ਇਹ ਪੈਰ ਨੇ ਜਿਹੜੇ ਇਹ ਵੀ ਸਫਲ ਹੋ ਜਾਂਦੇ ਨੇ। ਇਹ ਸੀ ਸ਼ਰਨ ਦਾ ਅਰਥ। ਰੱਖੋ ਆਪਣੀ ਸ਼ਰਨ। ਉਹ ਸੱਚੇ ਸਤਿਗੁਰ ਨੂੰ ਅਸੀਂ ਅਰਦਾਸ ਕੀਤੀ ਹੈ ਵੀ ਹੇ ਸੱਚੇ ਸਤਿਗੁਰ ਕਿਰਪਾ ਕਰ ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖ। ਤੇ ਫਿਰ ਭਾਈ ਗੁਰਦਾਸ ਜੀ ਨੇ ਸਾਨੂੰ ਦੱਸਿਆ ਹੈ ਵੀ ਸੱਚੇ ਸਤਿਗੁਰ ਦੀ ਸ਼ਰਨ ਦੇ ਵਿੱਚ ਰਹਿਣ ਦੀ ਇਹ ਮਰਿਆਦਾ ਹੈ। ਇਸ ਮਰਿਆਦਾ ਨੂੰ ਤੂੰ ਕਾਇਮ ਰੱਖ ਤੇ ਗੁਰੂ ਮਹਾਰਾਜ ਜੀ ਤੈਨੂੰ ਸ਼ਰਨ ਦੇ ਵਿੱਚ ਰੱਖਣਗੇ। ਪ੍ਰਭ ਮੋਹੇ ਕਿਰਪਾ ਧਾਰੇ। ਹੇ ਸੱਚੇ ਸਤਿਗੁਰ ਜੀ ਮੈਂ ਗਰੀਬ ਹਾਂ ਤੇ ਮੇਰੇ ਤੇ ਇਹ ਤੁਸੀਂ ਕਿਰਪਾ ਕਰਨੀ ਕਰੋ ਜੀ। ਸੇਵਾ ਕਛੂ ਨ ਜਾਣੋ ਨੀਚ ਮੂਰਖਾਰੇ। ਹੁਣ ਭਾਈ ਗੁਰਦਾਸ ਜੀ ਨੇ ਸਾਨੂੰ ਦੱਸਿਆ ਸੀ ਹਸਤ ਅਮੋਲ ਗੁਰਦੇਵ ਸੇਵ ਕੇ। ਹੱਥਾਂ ਦੇ ਨਾਲ ਅਸੀਂ ਸੇਵਾ ਕਰਾਂਗੇ ਤੇ ਗੁਰੂ ਦੀ ਸ਼ਰਨ ਸਾਨੂੰ ਪ੍ਰਾਪਤ ਹੁੰਦੀ ਹੈ। ਸੱਚੇ ਸਤਿਗੁਰ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ। ਸੇਵਾ ਕਛੂ ਨ ਜਾਣੋ। ਇਹ ਮੇਰੇ ਸੱਚੇ ਸਤਿਗੁਰ ਜੀ ਮੈਂ ਅਣਜਾਣ ਹਾਂ, ਬੇਸਮਝਾ ਤੇ ਮੈਨੂੰ ਤਾਂ ਤੇਰੀ ਸੇਵਾ ਵੀ ਨਹੀਂ ਕਰਨੀ ਆਉਂਦੀ। ਨੀਚ ਮੂਰਖਾਰੇ। ਮੂਰਖਾਰੇ ਦਾ ਅਰਥ ਹੁੰਦਾ ਹੈ ਮੂਰਖਾਂ ਦੇ ਵਿੱਚ, ਤੇ ਨੀਚ ਦਾ ਅਰਥ ਹੈ ਸਭ ਤੋਂ ਥੱਲੇ।
ਜਿਹੜੀ ਮੂਰਖਾਂ ਦੀ ਗਿਣਤੀ ਕੀਤੀ ਜਾਵੇ ਨਾ, ਉਹਨਾਂ ਦੇ ਵਿੱਚ ਜਿਹੜਾ ਸਾਰਿਆਂ ਤੋਂ ਥੱਲੇ ਵਾਲਾ ਦਰਜਾ ਹੈ ਨਾ, ਉਹ ਸਾਨੂੰ ਪ੍ਰਾਪਤ ਹੈ। ਇਤਨੇ ਮੂਰਖਾਂ ਤੇ ਹੀ ਸੱਚੇ ਸਤਿਗੁਰ ਜੀ ਆਪ ਜੀ ਦੀ ਜਿਹੜੀ ਸੇਵਾ ਹੈ ਨਾ, ਉਹ ਵੀ ਸਾਨੂੰ ਕਰਨੀ ਨਹੀਂ ਆਉਂਦੀ। ਇਸ ਤਰ੍ਹਾਂ ਦੇ ਜੋ ਸ਼ਬਦ ਆਉਂਦੇ ਨੇ ਨਾ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੇ, ਇਹ ਸ਼ਬਦ ਅੰਦਰ ਜਿਹੜੀ ਸੂਖਮ ਰੂਪ ਦੇ ਵਿੱਚ ਹਉਮੈ ਹੈ ਨਾ, ਉਹ ਵੀ ਨਹੀਂ ਹੈਗੀ। ਜਿਹੜੀ ਅੰਦਰ ਸੂਖਮ ਰੂਪ ਦੇ ਵਿੱਚ ਹਉਮੈ ਹੋ ਜਾਣੀ ਹੈ ਸੇਵਾ ਕਰਕੇ ਜਾਂ ਸਿਮਰਨ ਕਰਕੇ, ਜਦੋਂ ਉਸ ਦਾ ਵੀ ਨਾਸ ਹੋ ਜਾਵੇ ਤੇ ਫਿਰ ਇਸ ਤਰ੍ਹਾਂ ਦੇ ਸ਼ਬਦ ਧੰਨ ਗੁਰੂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਦਰਜ ਕਰਦੇ ਨੇ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਰੱਖੋ ਆਪਣੀ ਸ਼ਰਨ ਹੇ ਸੱਚੇ ਸਤਿਗੁਰ ਜੀ, ਤੁਹਾਡੀ ਓਟ ਆਸਰੇ ਦੇ ਵਿੱਚ ਸਾਨੂੰ ਰੱਖਣਾ ਕਰੋ। ਹੇ ਮੇਰੇ ਪ੍ਰਭੂ, ਮੇਰੇ ਤੇ ਇਹ ਕਿਰਪਾ ਕਰੋ। ਤੇ ਹੁਣ ਸ਼ਰਨ ਦੇ ਵਿੱਚ ਸਾਧਨ ਨੇ ਜਿਹੜੇ, ਉਹ ਗੁਰਸਿੱਖਾਂ ਤੋਂ ਪਤਾ ਲੱਗਦੇ ਨੇ। ਭਾਈ ਗੁਰਦਾਸ ਜੀ ਧੰਨ ਗੁਰੂ ਮਹਾਰਾਜ ਜੀ ਦੇ ਅਨੰਨ ਗੁਰਸਿੱਖ ਸਨ। ਉਹਨਾਂ ਨੇ ਦੱਸਿਆ, ਭਾਈ ਹੱਥਾਂ ਦੇ ਨਾਲ ਸੇਵਾ ਕਰ ਤੇ ਚਰਨਾਂ ਦੇ ਨਾਲ ਪੈਰਾਂ ਨਾਲ ਤੁਰ ਕੇ ਗੁਰੂ ਮਹਾਰਾਜ ਜੀ ਦੀਆਂ ਪ੍ਰਦਰਸ਼ਨਾਂ ਕਰ, ਨੇਤਰਾਂ ਦੇ ਨਾਲ ਸੱਚੇ ਸਤਿਗੁਰ ਦੇ ਦਰਸ਼ਨ ਕਰ ਤੇ ਕੰਨਾਂ ਦੇ ਨਾਲ ਗੁਰੂ ਮਹਾਰਾਜ ਜੀ ਦੀ ਜੋ ਪਾਵਨ ਬਾਣੀ ਹੈ ਨਾ, ਇਹਨੂੰ ਸੁਣਨਾ ਕਰ। ਹੁਣ ਇਹ ਸਾਰੀਆਂ ਕਿਰਿਆਵਾਂ ਨੇ ਜਿਹੜੀਆਂ ਇੱਕ ਸੋਝੀ ਵਾਲੇ ਮਨੁੱਖ ਦੀਆਂ ਹੁੰਦੀਆਂ ਨੇ ਤੇ ਸੱਚੇ ਸਤਿਗੁਰ ਅੱਗੇ ਕਿਰਪਾ ਕਰਦੇ ਨੇ। ਸੇਵਾ ਕਛੂ ਨਾ ਜਾਣੋ, ਹੇ ਸੱਚੇ ਸਤਿਗੁਰ ਜੀ, ਅਸੀਂ ਇਤਨੀ ਸੋਝੀ ਵਾਲੇ ਨਹੀਂ ਹੈਗੇ, ਨੀਚ ਮੁਰਗਾਰੇ, ਤੁਸੀਂ ਸਾਡੇ ਤੇ ਕਿਰਪਾ ਕਰੋ, ਸਾਨੂੰ ਸੋਝੀ ਦੀ ਦਾਤ ਬਖਸ਼ੋ, ਗਿਆਨ ਦੀ ਦਾਤ ਬਖਸ਼ਿਸ਼ ਕਰੋ। ਅਸੀਂ ਮੂਰਖਾਂ ਦੀ ਗਿਣਤੀ ਵਿੱਚ ਸਭ ਤੋਂ ਨੀਵੇਂ ਹਾਂ ਜੀ। ਮਾਨ ਕਰੋ ਤੁਝੇ ਉਪਰੇ ਮੇਰੇ ਪ੍ਰੀਤਮ ਪਿਆਰੇ। ਜਿਹਦੇ ਨਾਲ ਅਤਿਸ਼ੇ ਕਰਕੇ ਪ੍ਰੇਮ ਹੋ ਜਾਵੇ ਤੇ ਫਿਰ ਉਹਦੇ ਤੇ ਸਾਨੂੰ ਮਾਣ ਹੋ ਜਾਂਦਾ ਹੈ। ਆਪਾਂ ਘਰ ਪਰਿਵਾਰ ਦੇ ਵਿੱਚ ਸਾਖ ਸੰਬੰਧੀਆਂ ਦੇ ਵਿੱਚ ਰਹਿੰਦੇ ਹਾਂ, ਕਿਸੇ ਰਿਸ਼ਤੇਦਾਰ ਤੇ ਸਾਨੂੰ ਇਤਨਾ ਮਾਣ ਹੁੰਦਾ ਹੈ ਵੀ ਅਸੀਂ ਜੋ ਵੀ ਉਹਨੂੰ ਆਖਾਂਗੇ ਨਾ, ਉਹ ਸਾਡੀ ਲੋੜ ਨੂੰ ਪੂਰਾ ਕਰੇਗਾ। ਮਾਣ ਕਰੋ ਤੁਧ ਉਪਰੇ, ਹੀ ਮੇਰੇ ਸੱਚੇ ਸਤਿਗੁਰ ਜੀ, ਤੁਹਾਡੇ ਨਾਲ ਸਾਨੂੰ ਅਤਿਸ਼ੇ ਕਰਕੇ ਪਿਆਰ ਹੈ। ਮੇਰੇ ਪ੍ਰੀਤਮ ਪਿਆਰੇ, ਹੀ ਮੇਰੇ ਪਿਆਰੇ ਪ੍ਰੀਤਮ ਜੀ, ਮੈਂ ਤੇਰੇ ਤੇ ਮਾਣ ਰੱਖਦਾ ਹਾਂ। ਮਾਣ ਕਰੋ ਤੁਧ ਉਪਰੇ, ਮੈਨੂੰ ਕੇਵਲ ਤੇ ਕੇਵਲ ਤੇਰੇ ਤੇ ਮਾਣ ਹੈ। ਇਸ ਤੋਂ ਇਹ ਵੀ ਸਮਝ ਲੈਣਾ ਹੈ, ਕਿਸੇ ਨੂੰ ਮਾਣ ਹੈ ਆਪਣੀ ਪ੍ਰੋਪਰਟੀ ਤੇ, ਜਾਇਦਾਦ ਤੇ, ਕਿਸੇ ਨੂੰ ਮਾਣ ਹੈ ਆਪਣੀ ਸੰਤਾਨ ਤੇ, ਕਿਸੇ ਨੂੰ ਮਾਣ ਹੈ ਆਪਣੀ ਪਦਵੀ ਤੇ, ਕਿਸੇ ਨੂੰ ਮਾਣ ਹੈ ਹੋਰ ਕਿਸੇ ਚੀਜ਼ ਤੇ। ਪਰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੱਸਦੇ ਨੇ, ਬੜਾ ਹਲੀਮੀ ਵਾਲਾ ਸ਼ਬਦ ਹੈ, ਸਾਨੂੰ ਹੋਰ ਕਿਸੇ ਤੇ ਵੀ ਮਾਣ ਨਹੀਂ, ਕੇਵਲ ਤੇ ਕੇਵਲ ਆਪ ਜੀ ਦੇ ਉੱਤੇ ਸਾਡਾ ਮਾਣ ਹੈ। ਤੁਸੀਂ ਸਾਡੇ ਪ੍ਰੀਤਮ ਪਿਆਰੇ ਹੋ ਜੀ। ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ। ਭੁੱਲ ਜਾਣਾ ਇਹ ਪ੍ਰਾਣੀ ਮਾਤਰ ਦਾ ਕਰਮ ਹੈ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਆਉਂਦਾ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇੱਕ ਗੁਰੂ ਨਹੀਂ ਭੁੱਲਦਾ ਤੇ ਇੱਕ ਪਰਮਾਤਮਾ ਨਹੀਂ ਭੁੱਲਦਾ, ਇਹ ਦੋਨੋਂ ਨਹੀਂ ਭੁੱਲਦੇ, ਕਿਉਂਕਿ ਇੱਕੋ ਹੀ ਸਰੂਪ ਹੈ। ਤੇ ਅਸੀਂ ਆ ਜਿਹੜੇ ਸਾਡਾ ਕਰਮ ਹੈ ਇਹ ਭੁੱਲ ਜਾਣਾ ਹੈ, ਅਸੀਂ ਭੁੱਲ ਜਾਂਦੇ ਹਾਂ। ਧੰਨ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਦਰਜ ਕੀਤਾ ਹੈ, ਮਾਟੀ ਕਾ ਕਿਆ ਧੋਪੈ ਸੁਆਮੀ, ਇਹ ਸੱਚੇ ਸਤਿਗੁਰ ਜੀ ਹੈ ਮਿੱਟੀ, ਤੇ ਹੁਣ ਇਹਦਾ ਅਸੀਂ ਕੀ ਧੋਵਾਂਗੇ। ਜਿਸ ਤਰ੍ਹਾਂ ਮਿੱਟੀ ਹੈ ਉਹਨੂੰ ਧੋਤਾ ਨਹੀਂ ਜਾ ਸਕਦਾ, ਉਸੇ ਤਰ੍ਹਾਂ ਅਸੀਂ ਵੀ ਹਾਂ, ਸਾਨੂੰ ਵੀ ਧੋਤਾ ਨਹੀਂ ਜਾ ਸਕਦਾ। ਅਸੀਂ ਕਿਤੇ ਨਾ ਕਿਤੇ ਜ਼ਰੂਰ ਭੁੱਲਾਂਗੇ, ਕਿਤੇ ਨਾ ਕਿਤੇ ਜ਼ਰੂਰ ਸਾਡੇ ਤੋਂ ਗਲਤੀ ਹੋਏਗੀ। ਹਮ ਅਪਰਾਧੀ, ਇਸ ਤਰ੍ਹਾਂ ਜੋ ਗਲਤੀਆਂ ਗੁਨਾਹ ਕਰਨ ਵਾਲਾ ਹੈ ਫਿਰ ਉਹਨੂੰ ਅਪਰਾਧੀ ਆਖਿਆ ਜਾਂਦਾ। ਅਪਰਾਧ ਹੋ ਗਿਆ ਸਦ ਭੁੱਲ ਤੇ, ਇਹ ਕੋਈ ਇੱਕ ਦਿਨ ਦੀ ਗੱਲ ਨਹੀਂ, ਸਦੀਵੀ ਸਦਾ ਹੀ, ਭਾਵ ਹਰ ਰੋਜ਼ ਹੀ ਅਸੀਂ ਭੁੱਲ ਜਾਂਦੇ ਹਾਂ ਤੇ ਭੁੱਲ ਕੇ ਫਿਰ ਸਾਡੇ ਤੋਂ ਕੋਈ ਨਾ ਕੋਈ ਅਪਰਾਧ ਹੋ ਜਾਂਦਾ ਹੈ। ਤੁਮ ਬਖਸ਼ਣਹਾਰੇ, ਤੇ ਸੱਚੇ ਸਤਿਗੁਰ ਜੀ ਤੁਸੀਂ ਬਖਸ਼ਣਹਾਰੇ ਹੋ। ਉਸ ਪ੍ਰਭੂ ਪਰਮਾਤਮਾ ਦੇ ਵਿੱਚ ਸਭ ਤੋਂ ਵੱਡਾ ਇੱਕ ਗੁਣ ਹੈ, ਵੈਸੇ ਤਾਂ ਉਹ ਗੁਣਾਂ ਦਾ ਸਾਗਰ ਹੈ। ਜਿਤਨੇ ਵੀ ਗੁਣ ਨੇ ਉਹ ਸਾਰੇ ਉਸੇ ਤੋਂ ਪੈਦਾ ਹੁੰਦੇ ਨੇ, ਉਸੇ ਤੋਂ ਆ ਰਹੇ ਨੇ। ਇੱਕ ਗੁਣ ਹੈ ਸਦ ਸੁਣਦਾ ਸਦ ਵੇਖਦਾ, ਕਿਉਂ ਮੁੱਕਰ ਪਿਆ ਜਾਏ। ਉਹ ਸਦਾ ਹੀ ਸਾਨੂੰ ਸੁਣਦਾ ਵੀ ਹੈ ਵੀ ਅਸੀਂ ਕੀ ਆਖੀ ਜਾਂਦੇ ਹਾਂ, ਤੇ ਸਦਾ ਸਾਨੂੰ ਵੇਖਦਾ ਵੀ ਅਸੀਂ ਕਰੀ ਕੀ ਜਾਂਦੇ ਹਾਂ। ਇਹਦੇ ਤੋਂ ਇਹ ਸਮਝ ਲੈਣਾ ਹੈ ਵੀ ਅਸੀਂ ਕਰਦੇ ਕੁਝ ਹੋਰ ਹੋਈਏ ਤੇ ਸੁਣਦੇ
ਕੁਝ ਹੋਰ ਹੋਈਏ ਤੇ ਫਿਰ ਇਹ ਗੁਨਾਹ ਬਣ ਜਾਂਦਾ ਹੈ। ਕਹਿੰਦੇ ਕੁਝ ਹੋਰ ਹੋਈਏ, ਕਰਦੇ ਕੁਝ ਹੋਰ ਹੋਈਏ, ਇੱਕ ਗੁਨਾਹ ਬਣ ਜਾਂਦਾ ਹੈ। ਕਿਉਂਕਿ ਇਸ ਤਰ੍ਹਾਂ ਦਾ ਕੰਮ ਹੈ ਜਿਹੜਾ ਇਹ ਗਲਤ ਬੰਦੇ ਦੇ, ਚੋਰ ਬੰਦੇ ਦਾ ਹੁੰਦਾ ਹੈ। ਜਿਵੇਂ ਇੱਕ ਚੋਰ ਹੈ, ਉਹ ਆਖਦਾ ਮੈਂ ਚੋਰੀ ਨਹੀਂ ਕੀਤੀ, ਹੁਣ ਆਖ ਕੀ ਰਿਹਾ ਮੈਂ ਚੋਰੀ ਨਹੀਂ ਕੀਤੀ, ਤੇ ਕਰ ਕੀ ਰਿਹਾ ਚੋਰੀ ਕਰ ਰਿਹਾ, ਆਖਦਾ ਕੁਝ ਹੋਰ ਹੈ ਤੇ ਕਰਦਾ ਕੁਝ ਹੋਰ ਹੈ। ਤੇ ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੱਸਦੀ, ਸਦ ਸੁਣਦਾ ਸਦ ਵੇਖਦਾ, ਉਹ ਸਦਾ ਹੀ ਸਾਨੂੰ ਸੁਣਦਾ ਹੈ। ਕੀ ਸੁਣਦਾ? ਅਸੀਂ ਆਖ ਕੁਝ ਹੋਰ ਰਹੇ ਹਾਂ। ਸਦ ਵੇਖਦਾ, ਉਹ ਸਦਾ ਹੀ ਸਾਨੂੰ ਵੇਖਦਾ, ਅਸੀਂ ਜੋ ਆਖ ਰਹੇ ਹਾਂ ਨਾ ਉਹ ਕਰ ਨਹੀਂ ਰਹੇ। ਕਿਉਂਕਿ ਆਖ ਅਸੀਂ ਚੰਗਾ ਰਹੇ ਹਾਂ ਤੇ ਕਰ ਰਹੇ ਹਾਂ ਅਸੀਂ ਮਾੜਾ। ਕਿਉਂ ਮੁੱਕਰ ਪਾਇਆ ਜਾਏ, ਫਿਰ ਉਹਦੇ ਤੋਂ ਮੁੱਕਰਿਆ ਕਿਵੇਂ ਜਾਏਗਾ? ਤੇ ਫਿਰ ਉਹਦੇ ਵਿੱਚ ਇਹ ਗੁਣ ਹੈ, ਉਹ ਸਾਨੂੰ ਸੁਣ ਕੇ ਤੇ ਵੇਖ ਕੇ ਵੀ ਨਾ ਅਣਡਿੱਠ ਕਰ ਦਿੰਦਾ ਹੈ। ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ। ਸਾਡੇ ਗੁਨਾਹ ਨੇ ਜਿਹੜੇ, ਉਹਨਾਂ ਨੂੰ ਸੁਣਦਾ ਵੀ ਹੈ ਤੇ ਵੇਖਦਾ ਵੀ ਹੈ, ਪਰ ਸੁਣ ਕੇ ਵੇਖ ਕੇ ਫਿਰ ਅਣਡਿੱਠਿਆ ਕਰ ਦਿੰਦਾ। ਆਪਾਂ ਗੁਰਬਾਣੀ ਦੇ ਅੰਦਰ ਵਾਹਿਗੁਰੂ ਜੀ ਅਰਦਾਸ ਦੇ ਅੰਦਰ ਸ਼ਬਦ ਇਹ ਜੜਤ ਕੀਤੇ ਨੇ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਵੇਖ ਸੁਣ ਕੇ ਅਣਡਿੱਠ ਕੀਤਾ। ਇਹਨਾਂ ਕੋਲ ਹੁਣ ਸੰਤਾਂ ਵਾਲੀ ਪਦਵੀ ਹੈ। ਉਸ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਵਾਲਾ ਇਹ ਗੁਣ ਹੈ, ਜਿਹੜਾ ਦੂਜੇ ਦੇ ਗੁਨਾਹ ਨੂੰ ਵੇਖ ਕੇ ਤੇ ਸੁਣ ਕੇ ਤੇ ਫਿਰ ਵੀ ਅਣਦੇਖਿਆ ਕਰ ਦਿੰਦਾ ਹੈ। ਹਮ ਅਪਰਾਧੀ ਸਦ ਭੂਲ ਤੇ ਤੂੰ ਬਖਸ਼ਨਾਰੇ। ਸੱਚੇ ਸਤਿਗੁਰ ਜੀ, ਅਸੀਂ ਕਹਿੰਦੇ ਕੁਝ ਹੋਰਾਂ ਕਰਦੇ ਕੁਝ ਹੋਰਾਂ, ਇਹ ਸਾਡੇ ਤੋਂ ਅਪਰਾਧ ਹੋ ਰਹੇ ਨੇ ਤੇ ਤੁਸੀਂ ਬਖਸ਼ਣਹਾਰ ਹੋ ਜੀ। ਰਹਾਉ ਹਮ ਅਵਗੁਣ ਕਰੈ ਅਸੰਖ ਨੀਤ, ਤੁਮ ਨਿਰਗੁਣ ਦਾਤਾਰੇ। ਅੱਗੇ ਤਾਂ ਗੁਰੂ ਮਹਾਰਾਜ ਜੀ ਵਿਸ਼ਰਾਮ ਲਾ ਕੇ ਕਿਰਪਾ ਕਰਦੇ ਨੇ। ਅਸੀਂ ਤਾਂ ਅਵਗੁਣਾਂ ਦੇ ਭਰੇ ਹੋਏ ਹਾਂ। ਅਵਗੁਣ ਦਾ ਅਰਥ ਹੈ ਗੁਨਾਹ ਕਰਨ ਵਾਲਾ। ਕਰ ਹੈ ਅਸੰਖ ਨੀਤ, ਅਸੰਖ ਦਾ ਅਰਥ ਹੈ ਜਿੰਦੀ ਗਿਣਤੀ ਨਾ ਕੀਤੀ ਜਾ ਸਕੇ। ਜਦੋਂ ਅਸੀਂ ਗਿਣਦੇ ਹਾਂ ਨਾ, ਗਿਣ ਕੇ ਇਕਾਈ ਤੋਂ ਦਹਾਈ ਤੇ ਚਲੇ ਜਾਂਦੇ ਹਾਂ, ਦਹਾਈ ਤੋਂ ਸੈਂਕੜੇ ਤੇ ਸੈਂਕੜੇ ਤੋਂ ਫਿਰ ਅੱਗੇ ਹਜ਼ਾਰ ਤੇ ਹਜ਼ਾਰ ਤੋਂ ਲੱਖ ਤੇ ਲੱਖ ਤੋਂ ਕਰੋੜ ਤੇ। ਇਕਾਈ ਤੋਂ ਗਿਣਤੀ ਚੱਲਦੀ ਹੈ, ਏਕੇ ਤੋਂ ਗਿਣਤੀ ਚੱਲਦੀ ਹੈ, ਏਕੇ ਤੋਂ ਚੱਲਦੀ ਹੋਈ ਗਿਣਤੀ ਫਿਰ ਦਹਾਈ ਤੇ ਚਲੀ ਜਾਂਦੀ ਹੈ। 10 ਹੋ ਜਾਂਦੇ ਨੇ, 1 ਤੋਂ 10 ਹੋ ਗਏ ਨੇ, 10 ਤੋਂ 100 ਹੋ ਗਏ, ਸੈਂਕੜੇ ਬਣ ਗਏ ਨੇ, ਸੈਂਕੜਿਆਂ ਤੋਂ ਹਜ਼ਾਰ ਬਣ ਗਏ ਨੇ, ਹਜ਼ਾਰਾਂ ਤੋਂ ਲੱਖਾਂ ਬਣ ਗਏ ਨੇ, ਲੱਖਾਂ ਤੋਂ ਅੱਗੇ ਅਰਬਾਂ ਖਰਬਾਂ ਕਰੋੜਾਂ ਬਣ ਗਏ ਨੇ। ਤੇ ਫਿਰ ਆਖਰੀ ਜਿਹੜਾ ਨਾ ਉਹ ਸੰਖ ਤੇ ਚਲੀ ਜਾਂਦੀ ਹੈ ਬਈ ਇਤਨੇ ਜ਼ਿਆਦਾ ਔਗਣ ਹੋ ਗਏ ਨੇ। ਤੇ ਅਸੰਖ, ਇਹ ਸੰਖ ਤੋਂ ਵੀ ਅੱਗੇ ਟੱਪ ਗਏ, ਜਿਨ੍ਹਾਂ ਨੂੰ ਸੰਖ ਵਾਲੀ ਗਿਣਤੀ ਜਿਹੜੀ ਉਹਦੇ ਨਾਲ ਵੀ ਗਿਣ ਕੇ ਨਹੀਂ ਦੱਸਿਆ ਜਾ ਸਕਦਾ। ਗਿਣਤੀ ਦਾ ਜੋ ਛੋਟੇ ਤੋਂ ਛੋਟਾ ਅੰਕ ਮੰਨਿਆ ਗਿਆ ਉਹ 0 1 ਮੰਨਿਆ ਗਿਆ ਹੈ, ਇਕਾਈ ਮੰਨੀ ਗਈ ਹੈ, ਏਕਾ ਮੰਨਿਆ ਗਿਆ ਹੈ। ਤੇ ਵੱਡੇ ਤੋਂ ਵੱਡਾ ਜਿਹੜਾ ਅੰਕ ਹੈ ਨਾ ਉਹ ਸੰਖ ਮੰਨਿਆ ਗਿਆ ਹੈ। ਭਾਈ ਇਸ ਤੋਂ ਅੱਗੇ ਕੋਈ ਗਿਣਤੀ ਨਹੀਂ। ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸੰਖ ਤੋਂ ਅੱਗੇ ਕੋਈ ਗਿਣਤੀ ਨਹੀਂ, ਅਸੰਖ। ਅਸੀਂ ਉਸ ਤੋਂ ਵੀ ਅੱਗੇ ਟੱਪ ਗਏ ਹਾਂ। ਹਮ ਅਵਗੁਣ ਕਰੇ ਅਸੰਖ ਨੀਤ। ਇੱਕ ਦਿਨ, ਕਿਸੇ ਦਿਨ ਨਹੀਂ, ਹਰ ਰੋਜ਼। ਨੀਤ ਦਾ ਅਰਥ ਹੈ ਨਿਤਾ ਪ੍ਰਤੀ, ਕਿਸੇ ਇੱਕ ਦਿਨ ਨਹੀਂ ਕੀਤੇ, ਹਰ ਰੋਜ਼ ਹੀ ਕਰਦੇ ਹਾਂ। ਤੇ ਇਹ ਔਗਣ ਅਸੀਂ ਕਰਦੇ ਹਾਂ। ਤੁਮ ਨਿਰਗੁਣ ਦਾਤਾਰੇ। ਹੇ ਸੱਚੇ ਸਤਿਗੁਰ ਜੀ, ਤੁਸੀਂ ਨਾ ਫਿਰ ਵੀ ਸਾਡੇ ਇਹਨਾਂ ਔਗਣਾਂ ਨੂੰ ਅਣਦੇਖਿਆ ਕਰਦੇ ਹੋ। ਤੁਸੀਂ ਨਿਰਗੁਣ ਹੋ, ਬਖਸ਼ਣਹਾਰ ਹੋ, ਤੁਸੀਂ ਸਾਨੂੰ ਬਖਸ਼ ਲੈਂਦੇ ਹੋ। ਆਪ ਜੀ ਦਾ ਜੋ ਸਰੂਪ ਹੈ ਨਾ ਉਹ ਨਿਰਗੁਣ ਹੈ ਜੀ। ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ। ਦਾਸੀ ਦਾ ਅਰਥ ਇੱਥੇ ਮਾਇਆ ਹੈ। ਦਾਸੀ ਸੰਗਤ, ਅਸੀਂ ਮਾਇਆ ਦੀ ਸੰਗਤ ਕੀਤੀ ਹੋਈ ਹੈ। ਪ੍ਰਭੂ ਤਿਆਗ, ਪਰਮਾਤਮਾ ਨੂੰ ਅਸੀਂ ਛੱਡਿਆ ਹੋਇਆ ਹੈ। ਇਹ ਕਰਮ ਹਮਾਰੇ, ਇਸ ਤਰ੍ਹਾਂ ਦੇ ਨਖੇਧ ਕਰਮ ਨੇ ਜਿਹੜੇ ਉਹ ਅਸੀਂ ਕਰ ਰਹੇ ਹਾਂ ਜੀ। ਤੁਮ ਦੇਵੋ ਸਭ ਕਿਛ ਦਇਆ ਧਾਰ, ਹਮ ਅਕਿਰਤ ਕਨਾਰੇ। ਧੰਨ ਗੁਰਬਾਣੀ ਦੇ ਅੰਦਰ ਇਹ ਅਕਿਰਤ ਕਨ ਸ਼ਬਦ ਇਹ ਬਹੁਤ ਵਾਰੀ ਆਇਆ ਹੈ। ਇਹਦਾ ਅਰਥ ਹੁੰਦਾ ਹੈ ਕੀਤੇ ਨੂੰ ਨਾ ਜਾਣਨ ਵਾਲਾ। ਅਸੀਂ ਜੇ ਕਿਸੇ ਤੇ ਪਰਉਪਕਾਰ ਕਰੀਏ ਜਾਂ ਕੋਈ ਸਾਡੇ ਤੇ ਪਰਉਪਕਾਰ ਕਰੇ, ਉਹਦੇ ਕੀਤੇ ਹੋਏ ਭਲੇ ਨੂੰ ਅਸੀਂ ਇਗਨੋਰ ਕਰ ਦਈਏ, ਭੁੱਲ ਜਾਈਏ, ਪਾਸੇ ਕਰ ਦਈਏ, ਤੇ ਫਿਰ ਸਾਡੀ ਗਿਣਤੀ ਜਿਹੜੀ
ਉਹ ਅਕਿਰਤ ਕਰਨ ਦੇ ਵਿੱਚ ਆਉਂਦੀ ਹੈ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ ਹੈ, ਅਕਿਰਤ ਕਣਾਂ ਨੂੰ ਪਾਲਦਾ। ਉਹ ਸਾਨੂੰ ਅਕਿਰਤ ਕਣਾਂ ਨੂੰ ਵੀ ਪਾਲਦਾ ਰਹਿੰਦਾ। ਅਸੀਂ ਪ੍ਰਭੂ ਦੇ ਵੱਲੋਂ ਵੀ, ਸੰਸਾਰ ਦੇ ਵੱਲੋਂ ਤਾਂ ਅਕਿਰਤ ਕਣ ਹੈਗੇ ਆ, ਇੱਕ ਦੂਜੇ ਦੇ ਕੀਤੇ ਹੋਏ ਭਲੇ ਨੂੰ ਅਸੀਂ ਇਗਨੋਰ ਕਰ ਦਿੰਦੇ ਆ, ਭੁੱਲ ਜਾਂਦੇ ਆ। ਪਰ ਉਸ ਪਰਮਾਤਮਾ ਦੇ ਵੱਲੋਂ ਵੀ ਅਸੀਂ ਅਕਿਰਤ ਕਣ ਹਾਂ। ਉਹਦੀਆਂ ਦਿੱਤੀਆਂ ਹੋਈਆਂ ਦਾਤਾਂ, ਉਹਦੀਆਂ ਕੀਤੀਆਂ ਹੋਈਆਂ ਬਖਸ਼ਾਂ ਨੂੰ ਵੀ ਅਸੀਂ ਭੁੱਲ ਜਾਂਦੇ ਹਾਂ। ਤੁਮ ਦੇਵੋ ਸਭ ਕਿਛ ਦਇਆ ਧਾਰ। ਹੇ ਸੱਚੇ ਸਤਿਗੁਰ ਜੀ, ਤੁਸੀਂ ਸਾਨੂੰ ਸਾਰਾ ਕੁਝ ਹੀ ਦੇ ਰਹੇ ਹੋ ਤੇ ਦਇਆ ਕਿਰਪਾ ਰਹਿਮਤ ਕਰਕੇ ਦੇ ਰਹੇ ਹੋ। ਹਮ ਅਕਿਰਤ ਕਨਾਰੇ, ਤੇ ਅਸੀਂ ਫਿਰ ਵੀ ਅਕਿਰਤ ਕਾਨਾ ਭਾਵ ਆਪ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ ਨਾ ਜਿਹੜੀਆਂ, ਉਹਨਾਂ ਨੂੰ ਅਸੀਂ ਭੁੱਲ ਜਾਂਦੇ ਹਾਂ ਜੀ। ਲਾਗ ਪਰੇ ਤੇਰੇ ਦਾਨ ਸਿਉਣ ਹੈ ਚਿਤ ਖਸ ਮਾਰੇ। ਜੋ ਤੁਸੀਂ ਸਾਨੂੰ ਦਾਨ ਦਿੱਤਾ ਹੈ, ਜੋ ਤੁਸੀਂ ਸਾਨੂੰ ਦਾਤ ਦਿੱਤੀ ਹੈ, ਉਹਦੇ ਨਾਲ ਅਸੀਂ ਜੁੜ ਗਏ ਹਾਂ ਤੇ ਆਪ ਜੀ ਦੇ ਚਰਨਾਂ ਦੇ ਨਾਲ ਸਾਡਾ ਚਿੱਤ ਨਹੀਂ ਜੁੜਿਆ। ਇਹਨੂੰ ਇਸ ਤਰ੍ਹਾਂ ਸਮਝ ਲਓ, ਇੱਕ ਬੱਚਾ ਹੈ, ਉਹ ਘਰ ਵਿੱਚ ਹੈ, ਉਹਦੇ ਮਾਤਾ ਪਿਤਾ ਨੇ ਜਿਹੜੇ ਉਹ ਬਾਜ਼ਾਰ ਗਏ ਨੇ, ਸ਼ਹਿਰ ਗਏ ਨੇ। ਪਹਿਲੂ ਤਾਂ ਬੱਚਾ ਜਦੋਂ ਮਾਤਾ ਪਿਤਾ ਦੇ ਨਾਲੋਂ ਵਿਛੜਿਆ ਨਾ, ਦੂਰੀ ਬਣੀ ਹੈ, ਤੇ ਉਹ ਬੜਾ ਉਦਰੇਵੇਂ ਦੇ ਵਿੱਚ ਹੋ ਰਿਹਾ। ਵਾਰੀ ਵਾਰੀ ਉਹਨਾਂ ਦਾ ਰਸਤਾ ਵੇਖਦਾ ਹੈ, ਗਲੀ ਵੱਲ ਵੇਖਦਾ ਵੀ ਇੱਧਰੋਂ ਆਉਣਗੇ। ਜਦੋਂ ਮਾਤਾ ਆ ਗਈ ਹੈ, ਮਾਤਾ ਨੂੰ ਪਤਾ ਵੀ ਬੱਚਾ ਹੁਣ ਮੈਂ ਚਿਰ ਤੋਂ ਜਾਵਾਂਗੀ ਤੇ ਚਲੋ ਕੁਝ ਉਹਦੇ ਵਾਸਤੇ ਲੈ ਜਾਵਾਂ। ਮਾਤਾ ਫਿਰ ਬੱਚੇ ਵਾਸਤੇ ਕੋਈ ਖੇਡ ਲੈ ਆਉਂਦੀ ਹੈ। ਬੱਚਾ ਭੱਜ ਕੇ ਜਾ ਕੇ ਮਾਂ ਨੂੰ ਚੰਬੜਦਾ ਜ਼ਰੂਰ ਹੈ, ਪਰ ਜਦੋਂ ਉਹਦੇ ਤੋਂ ਉਹ ਖੇਡ ਲੈ ਲੈਂਦਾ ਤੇ ਫਿਰ ਮਾਂ ਤੋਂ ਦੂਰ ਹੋ ਕੇ ਉਸ ਖੇਡ ਦੇ ਨਾਲ ਜੁੜ ਜਾਂਦਾ, ਉਸ ਖੇਡ ਦੇ ਨਾਲ ਖੇਡਣ ਲੱਗ ਜਾਂਦਾ ਹੈ, ਮਾਂ ਨੂੰ ਭੁੱਲ ਜਾਂਦਾ ਹੈ। ਇਸੇ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਦੱਸਦੇ ਨੇ, ਲਾਗ ਪਰੇ ਤੇਰੇ ਦਾਨ ਸਿਓ। ਜਦੋਂ ਕੋਈ ਸਾਨੂੰ ਤੁਸੀਂ ਦਾਨ ਦਿੰਦੇ ਹੋ ਨਾ, ਸਾਡੇ ਤੇ ਕਿਰਪਾ ਕਰਦੇ ਹੋ, ਕੋਈ ਦਾਤ ਤੇਰੇ ਦਰ ਤੋਂ ਮਿਲਦੀ ਹੈ, ਤੇ ਅਸੀਂ ਫਿਰ ਆਪ ਜੀ ਨੂੰ ਛੱਡ ਕੇ ਉਸ ਦਾਨ ਦੇ ਨਾਲ, ਉਸ ਦਾਤ ਦੇ ਨਾਲ ਜੁੜ ਜਾਂਦੇ ਆ। ਨੈ ਚਿੱਤ ਖਸਮਾਰੇ, ਤੂੰ ਸਾਡਾ ਖਸਮ ਹੈ, ਸਾਡਾ ਮਾਲਕ ਹੈ, ਤੇਰੇ ਚਰਨਾਂ ਦੇ ਨਾਲ ਅਸੀਂ ਚਿੱਤ ਨਹੀਂ ਜੋੜਦੇ। ਧੰਨ ਗੁਰਬਾਣੀ ਦੇ ਅੰਦਰ ਇਸ ਤੁਕ ਦਾ ਅਰਥ ਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਵੀ ਕੀਤਾ, ਦਾਤ ਪਿਆਰੀ ਵਿਸਰਿਆ ਦਾਤਾਰ। ਜਿਹੜਾ ਦਾਤਾ ਸੱਚਾ ਸਤਿਗੁਰ ਸਾਨੂੰ ਦਾਤਾਂ ਦੇਣ ਵਾਲਾ ਹੈ ਨਾ, ਉਹ ਅਸੀਂ ਵਿਸਾਰ ਛੱਡਿਆ, ਤੇ ਜੋ ਪਰਮਾਤਮਾ ਨੇ ਸਾਨੂੰ ਦਾਤਾਂ ਦਿੱਤੀਆਂ ਨੇ, ਉਹਨਾਂ ਨੂੰ ਅਸੀਂ ਪਿਆਰਿਆਂ ਕੀਤਾ ਹੋਇਆ ਹੈ ਜੀ। ਤੁਝ ਤੇ ਬਾਹਰ ਕਿਛ ਨਹੀਂ ਭਵ ਕਾਟਨ ਹਾਰੇ। ਇਹ ਮੇਰੇ ਸੱਚੇ ਸਤਿਗੁਰ ਜੀ, ਤੇਰੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਰਿਹਾ। ਜੋ ਕੁਝ ਵੀ ਹੋ ਰਿਹਾ ਉਹ ਤੇਰੇ ਹੁਕਮ ਦੇ ਅੰਦਰ ਹੈ, ਤੇਰੇ ਭਾਣੇ ਦੇ ਅੰਦਰ ਹੈ। ਤੇ ਤੂੰ ਸਾਡੇ ਇਸ ਸੰਸਾਰ ਦੇ ਜਿਹੜੇ ਭਵ ਦੇ ਦੁੱਖ ਨੇ ਨਾ, ਇਹਨਾਂ ਨੂੰ ਕੱਟਣ ਵਾਲਾ ਹੈ, ਇਹਨਾਂ ਬੰਧਨਾਂ ਨੂੰ ਕੱਟਣ ਵਾਲਾ ਹੈ। ਇਹ ਬੇਨਤੀ ਉਹ ਸੱਚੇ ਸਤਿਗੁਰ ਦੇ ਅੱਗੇ, ਇਹ ਸੱਚੇ ਸਤਿਗੁਰ ਜੀ, ਜੋ ਆਪ ਜੀ ਦੇ ਅੱਗੇ ਅਸੀਂ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਹਾਂ, ਇਹ ਵੀ ਆਪ ਜੀ ਦੇ ਹੁਕਮ ਦੇ ਵਿੱਚ ਹੈ। ਤੇ ਜੋ ਆਪ ਜੀ ਦੀ ਹੁਕਮ ਦੇ ਵਿੱਚ, ਆਪ ਜੀ ਦੇ ਭਾਣੇ ਦੇ ਵਿੱਚ, ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਤੋਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ, ਇਹ ਵੀ ਤੇਰੇ ਹੁਕਮ ਦੇ ਵਿੱਚ ਹੈ। ਤੁਝ ਤੇ ਬਾਹਰ ਕਿਛ ਨਹੀਂ, ਤੇਰੇ ਤੋਂ ਬਾਹਰ ਇਹਨਾਂ ਜਿਹੜਾ ਇਹ ਕੁਝ ਵੀ ਨਹੀਂ। ਭਵ ਕਾਟਣ ਹਾਰੇ, ਤੂੰ ਸਾਡੇ ਇਸ ਸੰਸਾਰ ਦੇ ਬੰਧਨ ਨੇ ਨਾ ਜਿਹੜੇ, ਇਹ ਕੱਟਣ ਵਾਲਾ ਹੈ। ਇੱਥੇ ਨਾ ਇੱਕ ਗੱਲ ਹੈ ਜਿਹੜੀ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਕਿ ਸਾਨੂੰ ਸਮਝ ਆ ਜਾਵੇ। ਕਈ ਵਾਰੀ ਨਾ ਅਸੀਂ ਸਿੱਧੀ ਗੱਲ ਨੂੰ ਨਾ ਸਮਝ ਨਹੀਂ ਸਕਦੇ। ਜਦੋਂ ਸਿੱਧੀ ਗੱਲ ਹੁੰਦੀ ਹੈ ਉਹ ਸਾਡੀ ਸਮਝ ਦੇ ਵਿੱਚ ਨਹੀਂ ਆਉਂਦੀ। ਜਿਵੇਂ ਧੰਨ ਗੁਰਬਾਣੀ ਦੇ ਅੰਦਰ ਭਗਤ ਕਬੀਰ ਜੀ ਦਾ ਸ਼ਬਦ ਹੁੰਦਾ ਹੈ, ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੁੰਡਾਏ। ਭਗਤ ਕਬੀਰ ਜੀ ਕਹਿੰਦੇ ਨੇ, ਭਾਵੇਂ ਤਾਂ ਵੱਡੇ ਵੱਡੇ ਕੇਸ ਕਰ ਲਾ ਤੇ ਭਾਵੇਂ ਸਿਰ ਨੂੰ ਤੂੰ ਮਨਾ ਲਾ। ਤੇ ਇੱਕ ਗੁਰਮੁਖ ਪਿਆਰਾ ਸੀ, ਮੈਂ ਉਹਨੂੰ ਕਹਿ ਬੈਠਾ, ਗੁਰਮੁਖ ਪਿਆਰਿਆ ਤੂੰ ਰੋਜ਼ ਗੁਰੂ ਘਰ ਆਉਣਾ ਤੇ ਕੇਸਾਂ ਦੀ ਬੇਅਦਬੀ ਨਾ ਕਰਿਆ ਕਰ। ਹਰ ਰੋਜ਼ ਗੁਰੂ ਘਰ ਆਉਂਦਾ ਸੀ, ਚਲੋ ਨਾਮ ਤਾਂ ਨਹੀਂ ਲੈਂਦੇ ਆਪਾਂ, ਚੰਗਾ ਨਹੀਂ ਲੱਗਦਾ। ਤੇ ਜਿਹੜਾ ਹਰ ਰੋਜ਼ ਗੁਰੂ ਘਰ ਆਵੇ, ਫਿਰ ਉਹਨੂੰ ਕੁਝ ਕਹਿਣ ਦਾ ਸਾਡਾ ਫਰਜ਼ ਬਣ ਜਾਂਦਾ ਵੀ ਤੂੰ ਗੁਰੂ ਨਾਲ ਜੁੜਨਾ ਚਾਹੁੰਦਾ ਹੈ ਤੇ ਗੁਰੂ ਦੀ ਮਰਿਆਦਾ ਤੋਂ ਫਿਰ ਕਿਉਂ ਭੱਜਦਾ ਹੈ। ਜੇ ਗੁਰੂ ਨਾਲ ਜੁੜਨਾ ਹੈ ਤੇ ਫਿਰ ਗੁਰੂ ਦੀ ਮਰਿਆਦਾ ਜਿਹੜੀ ਉਹਦੇ ਤੋਂ ਨਹੀਂ ਭੱਜਿਆ ਜਾਏਗਾ। ਇਹ ਤਾਂ ਫਿਰ ਇਸ ਤਰ੍ਹਾਂ ਹੋ ਗਿਆ ਨਾ, ਅਸੀਂ ਪੜ੍ਹਨਾ ਤਾਂ ਚਾਹੁੰਦੇ ਹਾਂ ਪਰ ਜਿਹੜੀ ਸਕੂਲ ਦੇ ਰੂਲ ਨੇ ਨਾ, ਨਿਯਮ ਨੇ, ਉਹ ਸਾਨੂੰ ਚੰਗੇ ਨਹੀਂ ਲੱਗਦੇ। ਉਹ ਸਾਡੇ ਅਨੁਸਾਰ ਬਣਾਏ ਜਾਣ ਤੇ ਫਿਰ ਅਸੀਂ ਪੜ੍ਹਾਂਗੇ।
ਸੋ ਇਸ ਤਰ੍ਹਾਂ ਗੁਰਮੁਖ ਪਿਆਰੇ ਨੂੰ ਅਸੀਂ ਕਹਿ ਬੈਠੇ, ਗੁਰਮੁਖ ਪਿਆਰਿਆ ਤੂੰ ਗੁਰੂ ਘਰ ਆਉਣਾ ਹੈ। ਹਰ ਰੋਜ਼ ਇੱਥੇ ਮੈਂ ਵੇਖਿਆ ਦਰਬਾਰ ਸਾਹਿਬ ਦੇ ਵਿੱਚ ਨਿਤਨੇਮ ਵੀ ਕਰਦਾ, ਬਾਣੀ ਵੀ ਪੜ੍ਹਦਾ ਹੈ। ਤੇ ਫਿਰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੇ ਜਿਹੜੇ ਰੂਲ ਬਣਾਏ ਨੇ, ਜਿਹੜੇ ਨਿਯਮ ਬਣਾਏ ਨੇ, ਇਹ ਰੂਲ ਤੇ ਨਿਯਮ ਨੇ ਜਿਹੜੇ, ਇਹਨਾਂ ਨੂੰ ਵੀ ਧਾਰਨ ਕਰ। ਇਹ ਕੇਵਲ ਸਿੱਖ ਧਰਮ ਦੇ ਵਿੱਚ ਹੀ ਰੂਲ ਨਿਯਮ ਨਹੀਂ ਹੈਗੇ। ਜਿਵੇਂ ਆਪਣੇ ਕੋਲ ਪੋਥੀਆਂ ਨੇ ਨਾ, ਜਿਨ੍ਹਾਂ ਨੂੰ ਅਸੀਂ ਰਹਿਤ ਮਰਿਆਦਾ ਦੀ ਪੋਥੀ ਕਹਿ ਦਿੰਦੇ ਹਾਂ, ਜਿਨ੍ਹਾਂ ਵਿੱਚ ਰਹਿਤ ਮਰਿਆਦਾ ਲਿਖੀਆਂ ਨੇ, ਇਸੇ ਤਰ੍ਹਾਂ ਦੂਜੇ ਧਰਮਾਂ ਦੀਆਂ ਵੀ ਹੈਗੀਆਂ ਨੇ। ਜਿਹੜੀ ਮੁਸਲਮਾਨਾਂ ਦੀ ਰਹਿਤ ਮਰਿਆਦਾ ਨਾ, ਉਹਨੂੰ ਤਰੀਕ ਆਖਿਆ ਗਿਆ ਏ, ਉਹਦੇ ਵਿੱਚ ਉਹਨਾਂ ਦੀ ਰਹਿਤ ਮਰਿਆਦਾ ਲਿਖੀ ਗਈ ਏ। ਰੋ ਵਿਚਾਰ ਮੈਂ ਉਧਰ ਨਾ ਜਾਵਾਂ। ਭਗਤ ਕਬੀਰ ਜੀ ਦੀ ਫਿਰ ਇਹ ਤੁਕ ਪੜ੍ਹ ਕੇ ਮੈਨੂੰ ਕਹਿੰਦਾ ਜੀ ਗੁਰਬਾਣੀ ਕਹਿ ਰਹੀ ਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰਣ ਮੁੜਾਏ। ਮੈਂ ਕਿਹਾ ਫਿਰ ਤੂੰ ਗੁਰਬਾਣੀ ਦੀ ਤੁਕ ਪੜ੍ਹ ਕੇ ਤੇ ਇਹਦਾ ਜਿਹੜਾ ਅਰਥ ਇਹਨੂੰ ਆਪਦੀ ਮਰਜ਼ੀ ਨਾਲ ਕਰ ਰਹੇ ਹੈ। ਗੁਰਬਾਣੀ ਦੀ ਤੁਕ ਪੜ੍ਹ ਲਈਏ ਤੇ ਇਹਦਾ ਅਰਥ ਜਿਹੜਾ ਉਹ ਆਪਦੀ ਮਰਜ਼ੀ ਨਾਲ ਕਰ ਰਹੇ ਹੈ ਤੇ ਮਰਜ਼ੀ ਦੇ ਨਾਲ ਹੀ ਸਮਝ ਰਹੇ ਹੈ। ਇੱਥੇ ਗੁਰੂ ਮਹਾਰਾਜ ਜੀ ਦੀ ਜੋ ਬਾਣੀ ਹੈ ਨਾ, ਭਗਤ ਕਬੀਰ ਜੀ ਨੇ ਭਾਵੇਂ ਲਾਂਬੇ ਕੇਸ ਕਰ, ਉਹਨਾਂ ਨੂੰ ਆਖੇ ਜਿਹੜੇ ਬੋੜ ਦਾ ਦੁੱਧ ਲਾ ਕੇ ਕੇਸ ਲੰਮੇ ਲੰਮੇ ਕਰ ਲੈਂਦੇ ਨੇ, ਜਟਾ ਬਣਾ ਲੈਂਦੇ ਨੇ, ਜਟਾਧਾਰੀਆਂ ਨੂੰ ਆਖੇ। ਭਾਵੇਂ ਘਰ ਮੁੜਾਏ, ਤੇ ਜਿਹੜੇ ਸੰਨਿਆਸੀ ਨੇ ਸਿਰ ਮਨਾ ਲੈਂਦੇ ਨੇ, ਰੋਡ ਮੋੜ ਕਰਦੇ ਨੇ, ਉਹਨਾਂ ਨੂੰ ਆਖੇ ਭਾਈ ਤੁਸੀਂ ਗੁਰਮੁਖ ਪਿਆਰਿਓ ਉਸ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਦਾ ਨਾਮ ਮਨ ਦੇ ਨਾਲ ਜਪੋ। ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਬਾਹਰੀ ਵਿਖਾਵੇ ਵਾਲੀਆਂ ਰੀਤੀਆਂ ਨੇ ਨਾ, ਇਹਨਾਂ ਦੇ ਉੱਤੇ ਕੇਵਲ ਨਿਰਭਰ ਨਾ ਰਹੋ। ਇਹ ਸਿੱਖ ਦੇ ਲਈ ਯੋਗ ਨਹੀਂ ਹੈਗਾ। ਕਿਉਂ ਨਹੀਂ ਯੋਗ ਹੈਗਾ? ਕਿਉਂਕਿ ਸਿੱਖ ਜਿਹੜਾ ਇਹ ਨਾ ਤਾਂ ਬੋੜ ਦਾ ਦੁੱਧ ਲਾ ਕੇ ਜਟਾਂ ਸਿਰ ਤੇ ਬਣਾਉਂਦਾ ਹੈ ਤੇ ਨਾ ਹੀ ਇਹ ਕਰਨ ਮਨਾਉਂਦਾ ਹੈ। ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਦੱਸਿਆ ਹੈ ਵੀ ਉਸ ਪ੍ਰਭੂ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜੇ ਕੇਸ ਨੇ, ਜਿਹੜੇ ਆਕਾਰ ਦੇ ਵਿੱਚ ਆ ਜਾਣ ਉਵੇਂ ਤੁਸੀਂ ਪ੍ਰਵਾਨ ਕਰ ਲੈਣੇ ਨੇ। ਤਾਂ ਹੀ ਤਾਂ ਆਪਾਂ ਕਈ ਨੇ ਉਹਨਾਂ ਦਾ ਅੰਮ੍ਰਿਤ ਵੀ ਛਕਿਆ ਹੁੰਦਾ ਹੈ ਤੇ ਦਾੜਾ ਸਾਹਿਬ ਜਿਹੜਾ ਅੱਜ ਕੱਲ੍ਹ ਇੱਕ ਮਸ਼ੀਨ ਨਿਕਲੀ ਉਹਦੇ ਨਾਲ ਸੈੱਟ ਕਰਾ ਲੈਂਦੇ ਨੇ। ਇਹ ਵੀ ਗਲਤ ਗੱਲ ਹੈ, ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ। ਹਾਂ, ਸੋਹਣੀ ਜ਼ਰੂਰ ਲੱਗਦੀ ਪਰ ਮਰਿਆਦਾ ਦੇ ਵਿੱਚ ਨਹੀਂ ਹੈਗੀ, ਮਰਿਆਦਾ ਦੀ ਉਲੰਘਣਾ ਹੈ। ਇਹ ਮਰਿਆਦਾ ਦੀ ਉਲੰਘਣਾ ਉਸੇ ਤਰ੍ਹਾਂ ਹੀ ਹੋਗੀ ਜਿਵੇਂ ਕਿਸੇ ਨੇ ਬੋੜ ਦਾ ਦੁੱਧ ਲਾ ਕੇ ਤੇ ਜਟਾਂ ਬਣਾ ਲਈਆਂ ਨੇ, ਜਾਂ ਕਿਸੇ ਨੇ ਘਰੜ ਮੜਾ ਦਿੱਤਾ। ਤੇ ਇਹ ਦੋਵੇਂ ਚੀਜ਼ਾਂ ਗੱਲਾਂ ਨੇ ਜਿਹੜੀਆਂ ਇਹ ਮਰਿਆਦਾ ਦੇ ਵਿੱਚ ਨਹੀਂ ਆਉਂਦੀਆਂ। ਉਸੇ ਤਰ੍ਹਾਂ ਜਦੋਂ ਅਸੀਂ ਮਸ਼ੀਨਾਂ ਦੀ ਵਰਤੋਂ ਕਰਕੇ ਆਪਣੇ ਕੇਸਾਂ ਦੀ ਆਕ੍ਰਿਤੀ ਬਣਾਉਂਦੇ ਹਾਂ ਨਾ, ਉਹਨਾਂ ਦੀ ਸੈਟਿੰਗ ਕਰਦੇ ਹਾਂ, ਤੇ ਇਹ ਵੀ ਇੱਕ ਗੁਨਾਹ ਹੈ। ਸੋ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਇੱਥੇ ਸਾਨੂੰ ਦੱਸਦੇ ਨੇ, ਤੁਝ ਤੇ ਬਾਹਰ ਕਿਛ ਨਹੀਂ ਭਵ ਕਾਟਣ ਹਾਰੇ। ਹੁਣ ਇੱਥੇ ਇਹ ਨਹੀਂ ਸਮਝਣਾ ਜੋ ਮੈਂ ਦੱਸਣਾ ਚਾਹੁੰਦਾ ਸਾਂ ਵੀ ਜੇ ਮੈਂ ਗੁਨਾਹ ਕੀਤੇ ਨੇ ਤੇ ਉਹ ਮੈਂ ਕਿਹੜਾ ਬਾਹਰ ਹੋ ਕੇ ਕੀਤੇ ਨੇ। ਜੇ ਮੈਂ ਗੁਨਾਹ ਕੀਤੇ ਨੇ ਤੇ ਉਹ ਕਿਹੜਾ ਮੈਂ ਬਾਹਰ ਹੋ ਕੇ ਕੀਤੇ ਨੇ। ਜੇ ਮੈਂ ਪੁੰਨ ਕੀਤਾ ਤੇ ਉਹ ਮੈਂ ਫਿਰ ਕਿਹੜਾ ਬਾਹਰ ਹੋ ਕੇ ਕੀਤਾ ਹੈ। ਇਹਦੇ ਵਿੱਚ ਬਾਹਰ ਅਸੀਂ ਉਦੋਂ ਹੋ ਜਾਂਦੇ ਹਾਂ ਜਦੋਂ ਚੰਗਾ ਕੰਮ ਹੋ ਗਿਆ ਤੇ ਅਸੀਂ ਇਹ ਕਹਿ ਦਿੱਤਾ ਵੀ ਇਹ ਰੱਬ ਇਹ ਮੈਂ ਕੀਤਾ ਹੈ, ਤੇ ਜਦੋਂ ਮਾੜਾ ਹੋ ਗਿਆ ਤੇ ਇਹ ਕਹਿ ਦਿੱਤਾ ਮੈਂ ਕਰਾਇਆ ਹੈ। ਤੇ ਦੂਸਰਾ ਜਿਹੜਾ ਨਾ, ਅੰਦਰ ਇੱਕ ਸੂਖਮ ਕਿਰਿਆ ਹੁੰਦੀ ਹੈ ਮਾੜੇ ਕੰਮ ਕਰਨ ਦੀ, ਸਾਡੇ ਅੰਦਰ ਚਾਹਨਾ ਹੁੰਦੀ ਹੈ ਤੇ ਚੰਗਾ ਕਰਨ ਦੀ ਚਾਹਨਾ ਨਹੀਂ ਹੁੰਦੀ। ਇੱਥੇ ਅਸੀਂ ਫਿਰ ਬਾਹਰ ਹੋ ਗਏ ਹਾਂ। ਮੈਂ ਇੱਕ ਵਾਰੀ ਫਿਰ ਸਮਝਾਉਣ ਦਾ ਯਤਨ ਕਰਾਂਗਾ, ਸ਼ਾਇਦ ਗੱਲ ਸਮਝ ਦੇ ਵਿੱਚ ਆ ਜਾਵੇ। ਧੰਨ ਗੁਰੂ ਮਹਾਰਾਜ ਜੀ ਨੇ ਸਾਨੂੰ ਇੱਥੇ ਦੱਸਿਆ, ਤੁਝ ਤੇ ਬਾਹਰ ਕਿਛ ਨਹੀਂ। ਇਹ ਮੇਰੇ ਵਾਹਿਗੁਰੂ ਤੇਰੇ ਤੋਂ ਬਾਹਰ ਕੁਝ ਵੀ ਨਹੀਂ। ਤੇ ਇਹਦਾ ਅਰਥ ਕਈ ਵਾਰੀ ਅਸੀਂ ਨਾ ਭਗਤ ਕਬੀਰ ਜੀ ਦੇ ਸ਼ਲੋਕ ਦੀ ਤਰ੍ਹਾਂ ਆਪਣੀ ਮਰਜ਼ੀ ਦੇ ਨਾਲ ਕਰ ਲੈਂਦੇ ਹਾਂ ਵੀ ਜੇ ਮਾੜਾ ਜੇ ਚੰਗਾ ਤੂੰ ਕਰਵਾਇਆ ਤੇ ਫਿਰ ਮਾੜਾ ਵੀ ਤੇਰੇ ਹੁਕਮ ਦੇ ਨਾਲ ਹੀ ਹੋਇਆ। ਮਾੜੇ ਦੇ ਲਈ ਅਸੀਂ ਕਿਹੜਾ ਤੇਰੇ ਤੋਂ ਬਾਹਰ ਸੀ, ਤੇ ਚੰਗੇ ਦੇ ਲਈ ਵੀ ਅਸੀਂ ਬਾਹਰ ਨਹੀਂ। ਅਸੀਂ ਬਾਹਰ ਉਦੋਂ ਹੋ ਜਾਂਦੇ ਹਾਂ, ਇੱਕ ਤਾਂ ਜਦੋਂ ਚੰਗਾ ਹੋ ਜਾਂਦਾ ਹੈ ਅਸੀਂ ਕਹਿ ਦਿੰਦੇ ਹਾਂ ਇਹ ਅਸੀਂ ਕੀਤਾ, ਤੇ ਜਦੋਂ ਮਾੜਾ ਹੋ ਜਾਂਦਾ ਫਿਰ ਕਹਿ ਦਿੰਦੇ ਹਾਂ ਰੱਬ ਨੇ ਕਰਾਇਆ, ਉਦੋਂ ਅਸੀਂ ਬਾਹਰ ਹੋ ਗਏ ਹਾਂ। ਦੂਜਾ, ਸਾਡੇ ਅੰਦਰ ਇੱਕ ਸੂਖਮ ਰੂਪ ਦੇ ਵਿੱਚ ਚਾਹਨਾ ਹੁੰਦੀ ਏ। ਮਾੜਾ ਕਰਨ ਦੀ ਤਾਂ ਚਾਹਨਾ ਹੈਗੀ ਏ ਤੇ ਚੰਗਾ ਕਰਨ ਦੀ ਚਾਹਨਾ ਨਹੀਂ ਹੈਗੀ। ਜਦੋਂ ਮਾੜਾ ਕਰਨ ਦੀ ਇੱਛਾ ਹੈ ਅੰਦਰ ਤੇ ਚੰਗਾ ਕਰਨ ਦੀ ਇੱਛਾ ਨਹੀਂ ਹੈਗੀ, ਤੇ ਫਿਰ ਇਹ ਵੀ ਅਸੀਂ ਉਸ ਦੇ ਹੁਕਮ ਦੇ ਵਿੱਚੋਂ ਬਾਹਰ ਹੋ ਗਏ। ਨਾ ਮਾੜਾ ਕਰਨ ਦੀ ਚਾਹਨਾ ਹੋਵੇ ਤੇ ਨਾ ਹੀ ਚੰਗਾ ਕਰਨ ਦੀ ਚਾਹਨਾ ਹੋਵੇ, ਫਿਰ ਅਸੀਂ ਉਹਦੇ ਹੁਕਮ ਦੇ ਵਿੱਚ ਹਾਂ। ਉਹਦੇ ਹੁਕਮ ਦੇ ਨਾਲ ਜੋ ਹੋਈ ਜਾਵੇ ਉਹ ਹੋਈ ਜਾਵੇ। ਗੁਰੂ ਮਹਾਰਾਜ ਜੀ ਇੱਥੇ ਇਹ ਦੱਸਦੇ ਨੇ,
ਤੁਝ ਤੇ ਬਾਹਰ ਕਿਛ ਨਹੀਂ ਹੈ। ਮੇਰੇ ਵਾਹਿਗੁਰੂ ਤੇਰੀ ਰਹਿਮਤ ਕਿਰਪਾ ਹੋ ਜਾਵੇ, ਸਾਡੇ ਅੰਦਰ ਕੁਝ ਵੀ ਨਾ ਕਰਨ ਦੀ ਜਿਹੜੀ ਚਾਹਨਾ ਹੈ ਨਾ, ਇਹ ਖਤਮ ਹੋ ਜਾਵੇ, ਹਉਮੈ ਖਤਮ ਹੋ ਜਾਵੇ, ਭਵ ਕਾਟਣ ਹਾਰੇ। ਤੇ ਇਹ ਸੰਸਾਰ ਦਾ ਸਭ ਤੋਂ ਵੱਡਾ ਦੁੱਖ ਹੈ ਜਿਹੜਾ ਮਨੁੱਖ ਦੇ ਅੰਦਰ ਚਾਹਨਾ ਬਣ ਜਾਂਦੀ ਵੀ ਮੈਂ ਆਹ ਕੰਮ ਕਰਾਂ ਤੇ ਆਹ ਨਾ ਕਰਾਂ। ਜੇ ਚੰਗੇ ਦੀ ਚਾਹਨਾ ਬਣ ਗਈ ਏ ਫਿਰ ਤਾਂ ਜੋਗੇ ਚੰਗੇ ਹੋਈ ਜਾਣਗੇ, ਤੇ ਜੇ ਮਾੜੇ ਦੀ, ਜਦੋਂ ਚੰਗੇ ਦੀ ਚਾਹਨਾ ਬਣੇਗੀ ਫਿਰ ਨਾਲ ਮਾੜੇ ਦੀ ਵੀ ਬਣੇਗੀ, ਕਿਉਂਕਿ ਦਿਨ ਹੋਏਗਾ ਤੇ ਰਾਤ ਹੋਏਗੀ। ਜਦੋਂ ਚੰਗੇ ਦੀ ਚਾਹਨਾ ਤੇ ਫਿਰ ਮਾੜੇ ਦੀ ਚਾਹਨਾ ਤੋਂ ਬਚ ਕੇ ਰਹਿਣਾ ਪਏਗਾ। ਇਸ ਤਰ੍ਹਾਂ ਇਹ ਸੱਚੇ ਸਤਿਗੁਰ ਭਾਵੇ ਸੰਸਾਰ ਹੈ ਜਿਹੜਾ, ਭਵ ਦਾ ਅਰਥ ਅੱਗ ਹੁੰਦਾ ਹੈ, ਇਹਨੂੰ ਭਵਜਲ, ਇਹ ਅੱਗ ਹੈ ਇੱਕ ਪ੍ਰਕਾਰ ਦੀ ਜਿਹੜੀ ਸਾਨੂੰ ਅੰਦਰੋਂ ਸਾੜਦੀ ਰਹਿੰਦੀ ਹੈ, ਜਿਹੜਾ ਸਾਨੂੰ ਗੁਨਾਹਗਾਰ ਕਰ ਰਹੀ ਹੈ। ਕਾਟਣ ਹਾਰੇ ਹੈ ਸੱਚੇ ਸਤਿਗੁਰ ਜੀ, ਇਸ ਬਰਿਆਈ ਨੂੰ ਜੋ ਸਾਡੇ ਅੰਦਰ ਚਾਹਨਾ ਹੈ ਚੰਗੇ ਤੇ ਮਾੜੇ ਨੂੰ ਕਰਨ ਦੀ, ਇਸ ਨੂੰ ਤੁਸੀਂ ਕੱਟਣ ਵਾਲੇ ਹੋ। ਤੇ ਜੋ ਕੁਝ ਵੀ ਹੋ ਰਿਹਾ ਤੁਹਾਡੇ ਭਾਣੇ ਦੇ ਵਿੱਚ ਹੋ ਰਿਹਾ ਹੈ ਜੀ। ਕਹੋ ਨਾਨਕ ਸ਼ਰਨ ਦਇਆਲ ਗੁਰ ਲਿਓ ਮੁਗਧ ਉਧਾਰੇ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਸ਼ਰਨ ਦਇਆਲ, ਇਹ ਪਾਵਨ ਸ਼ਬਦ ਹੈ ਜਿਹੜਾ, ਇਹਦੇ ਵਿੱਚ ਗੁਰੂ ਮਹਾਰਾਜ ਜੀ ਨੇ ਜੀਵਨ ਨੂੰ ਸਫਲ ਕਰਨ ਦਾ ਜਿਹੜਾ ਤਰੀਕਾ ਦੱਸਿਆ, ਗੁਰੂ ਦੀ ਸ਼ਰਨ ਦੇ ਵਿੱਚ ਆਉਣ ਦਾ ਦੱਸਿਆ ਹੈ। ਕਹੋ ਨਾਨਕ ਸ਼ਰਨ ਦਿਆਲ ਗੁਰ ਲਿਹੋ ਮੁਗਧ ਉਧਾਰੇ। ਹੈ ਸੱਚੇ ਸਤਿਗੁਰ ਜੀ ਦਿਆਲੂ ਕਿਰਪਾਲੂ ਗੁਰੂ ਮਹਾਰਾਜ ਜੀ, ਅਸੀਂ ਆਪ ਜੀ ਦੀ ਸ਼ਰਨ ਦੇ ਵਿੱਚ ਆ। ਤੇ ਲਿਹੋ ਦਾ ਅਰਥ ਹੁੰਦਾ ਲੈਣਾ ਕਰੋ, ਮੁਗਧ ਦਾ ਅਰਥ ਹੁੰਦਾ ਜਿੰਨਾ ਕੁ ਤੁਸੀਂ ਡੰਡਾ ਮਾਰੋਗੇ ਨਾ ਉਹਨਾਂ ਕੁ ਅਸੀਂ ਤੁਰ ਪਵਾਂਗੇ, ਜਿੰਨਾ ਕੁ ਤੁਸੀਂ ਪ੍ਰੇਰ ਦੇਵੋਗੇ ਉਹਨਾਂ ਕੁ ਕਰ ਲਵਾਂਗੇ, ਉਸ ਤੋਂ ਜ਼ਿਆਦਾ ਨਹੀਂ ਹੋਏਗਾ। ਉਧਾਰੇ ਦਾ ਅਰਥ ਹੁੰਦਾ ਭਲਾ ਹੋ ਜਾਣਾ। ਹੇ ਸੱਚੇ ਸਤਿਗੁਰ ਜੀ, ਅਸੀਂ ਮੁਗਧ ਹਾਂ ਤੇ ਤੁਸੀਂ ਸਾਡਾ ਭਲਾ ਕਰਨ ਵਾਲੇ ਹੋ, ਇਸ ਤਰ੍ਹਾਂ ਸਾਡਾ ਭਲਾ ਕਰੋ, ਸਾਨੂੰ ਆਪਣੀ ਸ਼ਰਨ ਦੇ ਵਿੱਚ ਲੈਣਾ ਕਰੋ। ਅਸੀਂ ਆਪ ਜੀ ਦੀ ਸ਼ਰਨ ਦੇ ਵਿੱਚ ਆਉਣਾ ਚਾਹੁੰਦੇ ਹਾਂ, ਇਹ ਸਾਡੇ ਤੇ ਰਹਿਮਤ ਕਰੋ, ਇਹ ਸਾਡੇ ਤੇ ਕਿਰਪਾ ਕਰੋ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਕਿਰਪਾ ਕਰਨ, ਆਪ ਸੰਗਤਾਂ ਦਾ ਸਰਵਣ ਕੀਤਾ, ਗੁਰੂ ਦਰ ਤੇ ਸਫਲਾ ਹੋਵੇ। ਦਾਸਰਿਆਂ ਦੀਆਂ ਸੇਵਾਵਾਂ ਹਾਜ਼ਰੀਆਂ ਗੁਰੂ ਮਹਾਰਾਜ ਜੀ ਦਰ ਪ੍ਰਵਾਨ ਕਰਨ। ਦੇਹੋ ਸੱਜਣ ਆਸੀਸ ਰੀਆ, ਜੋ ਹੋਏ ਸਹਿਬ ਸਿਉ ਮੇਲ।